आओ जो सतगुरां दी पावन पवित्र बाणी दी चौपई साहब की चल रही है विचार। कलगीधर पातशाह गुरु गोबिंद सिंह साहब जी महाराज अपने मनां दे अंदर उस अकाल पुरख वाहिगुरु दी प्रेम पैदा कर रहे हैं, सोझी दे रहे हैं कि जे असी उहदी किरपा दे पात्र बन जांदे हां, किवें साडे जीवन दे अंदर सुख आउंदे ने। आओ अज मੱਸਿਆ दा भी दिहाड़ा है ते दूसरा कलगीधर पातशाह दे वड्डे साहिबजादा बाबा अजीत सिंह जी उन्हां दा जन्म दिन भी है, जिन्हां दा जन्म पाउंटा साहब की धरती ते होया ते माता सुंदर कौर जी की कुख तो होया। क्योंकि कलगीधर पातशाह दे 4 साहिबजादियां दे विचों साहिबजादा अजीत सिंह जी का जन्म माता सुंदर कौर जी की कुख तो होया पाउंटा साहब की धरती ते बाकी तिन्ने साहिबजादे साहिबजादा बाबा जुझार सिंह जी, साहिबजादा बाबा जोरावर सिंह जी, साहिबजादा बाबा फतेह सिंह जी, इन्हां दा पवित्र जन्म माता जीत कौर जी की कुख तो आनंदपुर साहब की धरती ते होया ते साहिबजादा अजीत सिंह जी का जन्म माता सुंदर कौर जी की कुख तो होया। पाउंटा साहब की धरती ते जिहड़ी नाहन की रियासत सी, जिथे कलगीधर पातशाह नूं राजे मेदनी प्रकाश ने बेनती करके बुलाया सी ते उत्थे अपना फतेह शाह नाल भी महाराज की सुलह करवाई दोनों राजियां दी ते उत्थे शेर का शिकार भी कीता ते उत्थे महाराज ने भंगाणी का जंग भी लड़िया। पाउंटा साहब ये नदी के किनारे ते जमुना नदी के किनारे ते सतगुर की इच्छा अनुसार राजे मेदनी प्रकाश ने गुरु गोबिंद सिंह महाराज नूं रहण लई सुंदर महल बना के दिते सी ते हिंदी दे अंदर किनारे नूं कहंदे ने पांवटा ते ओह पांवटे तो हौली हौली वो स्थान पाउंटा साहब दे नां दे नाल आपां अज जानते हैं। उत्थे आपां जदों जांदे पातशाह दे दर्शन दिदारे करके आउंदे। अज साहिबजादा बाबा अजीत सिंह जी का जन्मदिन, सारियां संगतां नूं साहिबजादा अजीत सिंह दे जन्मदिन की लखां वार बधाई होवे। आओ हुण जो चौपई साहब की चल रही है बाणी, ਇਹਦੇ ਚ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਆ, ਜੇ ਅਸ ਤੁਜ ਤਬ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤੋ ਹੈ ਮਰੈ। ਮਹਾਰਾਜ ਸਮਝਾ ਰਹੇ ਆ ਕਿ हे ਅਕਾਲ ਪੁਰਖ ਵਾਹਿਗੁਰੂ, ਇਹ ਖੜਗ ਧਾਰੀ ਨਿਸ਼ਾਨ ਵਾਲੇ ਜਿਹੜੇ ਇਨਸਾਨ ਤੇਰੀ ਸ਼ਰਨ ਦੇ ਵਿੱਚ ਆ ਜਾਂਦੇ ਆ, ਤੂੰ ਉਹਨਾਂ ਤੇ ਕੀ ਕਿਰਪਾ ਕਰਨਾ। ਤਿੰਨ ਕੇ ਦੁਸ਼ਟ ਦੁੱਖ ਤੋਂ ਹੈ ਮਰੇ, ਉਹਨਾਂ ਦੇ ਜਿੰਨੇ ਵੀ ਦੁੱਖ ਨੇ ਜਾਂ ਜਿੰਨੇ ਵੀ ਦੁੱਖ ਦੇਣ ਵਾਲੇ ਵੈਰੀ ਨੇ, ਚਾਹੇ ਬਾਹਰਮੁਖੀ ਸੰਸਾਰ ਦੇ ਅੰਦਰ ਹੋਣ ਜਾਂ ਜੋ ਸਾਰੇ ਸੰਸਾਰ ਦੇ ਇਹ ਕਾਲ ਦੇ 5 ਦੂਤ ਵੈਰੀ ਨੇ, ਉਹਨਾਂ ਨੂੰ ਤੂੰ ਕਿਰਪਾ ਕਰਕੇ ਖਤਮ ਕਰ ਦਿੰਦਾ। ਜੇ ਪੁਰਖ ਜਬਨ ਪਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਤਾਰੇ। ਜਿਹੜੇ ਜਿਹੜੇ ਇਨਸਾਨ ਗੁਰੂ ਦੀ ਮੱਤ ਲੈ ਕੇ ਸੰਗਤ ਕਰਕੇ ਇਹ ਸਿੱਖਿਆ ਲੈ ਲੈਂਦੇ ਆ ਕਿ ਸਾਡਾ ਉਨਾ ਚਿਰ ਕੋਈ ਜੀਵਨ ਦਾ ਮਨੋਰਥ ਨਹੀਂ, ਜਿੰਨਾ ਚਿਰ ਅਸੀਂ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਨਹੀਂ ਸਕਦੇ, ਜਿੰਨਾ ਚਿਰ ਅਸੀਂ ਪਾਰ ਬ੍ਰਹਮ ਦੀ ਸ਼ਰਨ ਦੇ ਅੰਦਰ ਨਹੀਂ ਜਾਂਦੇ, ਉਨਾ ਚਿਰ ਸਾਡਾ ਦੁੱਖਾਂ ਤੋਂ ਛੁਟਕਾਰਾ ਨਹੀਂ। ਜਿਸ ਨੂੰ ਆਪਾਂ ਰੋਜ਼ ਬਾਣੀ ਚ ਪੜ੍ਹਦੇ ਆ, ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ। ਜਿਨ੍ਹਾਂ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਅੰਦਰ ਰਹਿਣਾ ਸਿੱਖ ਲਿਆ, ਪੁਰਖ ਜਬਨ ਪਗ ਪਰੇ ਤਿਹਾਰੇ, ਉਹਦਾ ਕੀ ਲਾਭ। ਮਹਾਰਾਜ ਕਹਿੰਦੇ ਤਿੰਨ ਕੇ ਤੁਮ ਸੰਕਟ ਸਭ ਟਾਰੇ,
ਉਹਨਾਂ ਦੇ ਜੀਵਨ ਦੇ ਅੰਦਰ ਜਿੰਨੇ ਵੀ ਆਉਣ ਵਾਲੇ ਦੁੱਖ ਨੇ, ਸੰਕਟ ਨੇ, ਉਹਨਾਂ ਨੂੰ ਪਰਮਾਤਮਾ ਕਿਰਪਾ ਕਰਕੇ ਪਾਸੇ ਕਰ ਦਿੰਦਾ, ਟਾਲ ਦਿੰਦਾ। ਭਾਵੇਂ ਇਹ ਗੱਲ ਵੀ ਆਪਾਂ ਨੂੰ ਗੁਰਬਾਣੀ 'ਚ ਸਮਝਾਈ ਆ ਕਿ ਜਿਹੋ ਜਿਹੇ ਇਨਸਾਨ ਦੇ ਪਿਛਲੇ ਕੋਈ ਕਰਮ ਕੀਤੇ ਆ, ਉਹਦੇ ਹਿਸਾਬ ਦੇ ਨਾਲ ਦੁੱਖਾਂ ਔਰ ਸੁੱਖਾਂ ਦਾ ਸੁਮੇਲ ਸਾਡੀ ਜ਼ਿੰਦਗੀ ਚੱਲ ਰਹੀ ਹੈ। ਦੁੱਖ ਸੁੱਖ ਪੁਰਬ ਕਰਮ ਕੀ ਕੀਏ, ਸੋ ਜਾਣੇ ਜਨ ਦਾਤੇ ਦੀਏ। ਕਿਸ ਨੂੰ ਦੋਸ਼ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਮਹਾਰਾਜ ਕਹਿੰਦੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਇਨਸਾਨ ਦੁੱਖ ਤੇ ਸੁੱਖ ਭੋਗ ਰਿਹਾ। ਦੁੱਖ ਸੁੱਖ ਪੁਰਬ ਕਰਮ ਕੀ ਕੀਏ, ਸੋ ਜਾਣੇ ਜਨ ਦਾਤੇ ਦੀਏ। ਇਹ ਹੁਣ ਮਾਲਕ ਹੀ ਜਾਣਦਾ ਕਿਹੜੇ ਮਾੜੇ ਕਰਮਾਂ ਦੇ ਸਾਨੂੰ ਇਹ ਦੁੱਖ ਭੋਗਣੇ ਪੈਂਦੇ ਆ। ਕਿਸ ਨੂੰ ਦੋਸ਼ ਦੇਹ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ, ਸਗੋਂ ਇਹ ਪੱਖ ਲੈ ਕੇ ਚੱਲ ਜਦੋਂ ਦੁੱਖ ਦਾ ਕੋਈ ਸਮਾਂ ਆਉਂਦਾ ਕਿ ਕੋਈ ਮੇਰਾ ਪੂਰਬਲਾ ਮਾੜਾ ਕਰਮ ਕਰਿਆ, ਜੋ ਗੁਰੂ ਦੀ ਮੱਤ ਸਾਨੂੰ ਸਮਝਾ ਰਹੀ ਹੈ। ਅੱਗੇ ਤੋਂ ਕੋਈ ਐਸਾ ਕਰਮ ਨਾ ਕਰੀਏ ਜਿਹਦਾ ਕਰਕੇ ਦੁੱਖ ਭੋਗਣੇ ਪੈਣ। ਪਰ ਇੱਥੇ ਕਲਗੀਧਰ ਪਾਤਸ਼ਾਹ ਸਮਝਾ ਰਹੇ ਆ, ਜੇ ਅਸੀਂ ਪਰਮਾਤਮਾ ਦੀ ਸ਼ਰਨ 'ਚ ਉਹਦੇ ਚਰਨਾਂ ਨਾਲ ਜੁੜਨਾ ਸਿੱਖ ਲੈਂਦੇ ਆ ਤਾਂ ਸਾਡੇ ਜਿਹੜੇ ਸਾਰੇ ਸੰਕਟ ਨੇ ਉਹਨਾਂ ਨੂੰ ਪਰਮਾਤਮਾ ਦੂਰ ਕਰ ਦਿੰਦਾ। ਉਹ ਫਿਰ ਵਿਧੀ ਬਣਾਉਂਦਾ, ਜਾਂ ਤਾਂ ਬਹੁਤ ਵੱਡੇ ਦੁੱਖਾਂ ਨੂੰ ਛੋਟੇ ਕਰਕੇ ਲੰਘਾਉਂਦਾ, ਜਾਂ ਫਿਰ ਸੁਪਨੇ ਦੇ ਅੰਦਰ ਵੀ ਸਾਡੇ ਬਹੁਤ ਸਾਰੇ ਦੁੱਖ ਕੱਟੇ ਜਾਂਦੇ ਆ। ਅੱਜ ਕਈ ਵਾਰ ਸਾਨੂੰ ਭੁਲੇਖੇ ਪਾ ਦਿੱਤੇ ਜਾਂਦੇ, ਕੋਈ ਬੁਰਾ ਸੁਪਨਾ ਆਇਆ, ਕਈ ਵਾਰ ਸਾਡਾ ਐਕਸੀਡੈਂਟ ਹੀ ਹੋ ਜਾਂਦਾ ਸੁਪਨੇ 'ਚ, ਜਾਂ ਹੋਰ ਕੋਈ ਨੁਕਸਾਨ ਹੋ ਜਾਂਦਾ। ਉਹ ਇਹ ਸਮਝਿਆ ਕਰੀਏ ਕਿ ਮਾਲਕ ਨੇ ਸਾਡਾ ਇਹ ਆਉਣ ਵਾਲਾ ਕਸ਼ਟ ਸੁਪਨੇ ਦੇ ਅੰਦਰ ਕੱਟ ਦਿੱਤਾ। ਇਸੇ ਕਰਕੇ ਕਲਗੀਧਰ ਪਾਤਸ਼ਾਹ ਸਮਝਾ ਰਹੇ ਆ, ਪੁਰਖ ਜਬਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜਿਹੜੇ ਇਨਸਾਨ ਇਹ ਵਾਹਿਗੁਰੂ ਤੇਰੇ ਚਰਨਾਂ ਨਾਲ ਜੁੜਦੇ ਆ, ਤੇਰੀ ਸ਼ਰਨ ਦੇ ਅੰਦਰ ਆਉਂਦੇ ਆ, ਉਹਨਾਂ ਦੇ ਤੋਂ ਸੰਕਟ ਕੱਟ ਦਿੰਨਾ। ਜੋ ਕਲ ਕੋ ਇੱਕ ਵਾਰ ਤੇ ਆਏ ਹੈ, ਤਾਕੇ ਕਾਲ ਨਿਕਟ ਨ ਆਏ ਹੈ। ਇੱਥੇ ਤਾਂ ਪਾਤਸ਼ਾਹ ਹੁਣ ਬੜਾ ਹੌਸਲਾ ਦੇ ਰਹੇ ਆਪਾਂ ਨੂੰ ਕਿ ਜਿਹੜੇ ਪੁਰਸ਼ ਆਪ ਜੀ ਨੂੰ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਇੱਕ ਪਲ ਜੇ ਇੱਕ ਛਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਆ ਸੰਸਾਰ ਦੀਆਂ ਵਿਚਾਰਾਂ ਚੋਂ ਮੁਕਤ ਹੋ ਕੇ ਇੱਕ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਧਿਆਨ ਨੂੰ ਜੋੜ ਕੇ ਧਿਆਉਂਦੇ ਆ ਉਹਨੂੰ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਕੇ ਕਾਲ ਨਿਕਟ ਮੈਂ ਇਹ ਹੈ, ਕਿ ਉਹਨਾਂ ਦੇ ਤਾਂ ਕਾਲ ਵੀ ਨੇੜੇ ਨਹੀਂ ਆਉਂਦਾ। ਏਡਾ ਵੱਡਾ ਹੌਸਲਾ ਸਤਿਗੁਰੂ ਪਾਤਸ਼ਾਹ ਆਪਾਂ ਨੂੰ ਦੇ ਰਹੇ ਆ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਕਰੈ ਤਤਕਾਲਾ। ਕਿ ਜਿਹੜੇ ਪੁਰਖ ਹਰ ਸਮੇਂ ਉਹਨਾਂ ਬਾਲਕ ਨੂੰ ਧਿਆਉਂਦੇ ਆ, ਉਹਦੀ ਸੇਵਾ ਸਿਮਰਨ ਕਰਦੇ ਆ, ਉਹਦੇ ਭੈ 'ਚ ਰਹਿੰਦੇ ਆ, ਉਹਨਾਂ ਦੇ ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਬਹੁਤ ਜਲਦੀ, ਤਤਕਾਲ, ਬਹੁਤ ਥੋੜੇ ਸਮੇਂ ਦੇ ਅੰਦਰ ਪਾਤਸ਼ਾਹ ਕੋਈ ਇਹੋ ਜਿਹੀ ਵਿਧੀ ਬਣਾਉਂਦੇ ਆ ਉਹਨਾਂ ਦੇ ਦੋਖੀਆਂ ਨੂੰ ਤੇ ਉਹਨਾਂ ਨੂੰ ਦੁੱਖ ਦੇਣ ਵਾਲਿਆਂ ਨੂੰ, ਕਿ ਉਹ ਸੰਸਾਰ ਦੇ ਅੰਦਰ ਹੀ ਖੇਲ ਚੱਲਦਾ। ਪਰਮਾਤਮਾ ਦੇ ਜਿਹੜੇ ਪਿਆਰੇ ਹੁੰਦੇ ਆ ਸੰਸਾਰ 'ਚ, ਉਹਨਾਂ ਦੇ ਬਹੁਤ ਸਾਰੇ ਦੁਸ਼ਮਣ ਵੀ ਖੜੇ ਹੋ ਜਾਂਦੇ ਆ। ਪਰ ਮਹਾਰਾਜ ਇੱਥੇ ਸਮਝਾ ਰਹੇ ਆ, ਹਰ ਸਮੇਂ ਜਿਹੜੇ ਇਨਸਾਨ ਉਸ ਮਾਲਕ ਦੀ ਬੇਸੇਵਾ ਸਿਮਰਨ ਕਰਦੇ ਆ, ਬੰਦਗੀ, ਉਹਨਾਂ ਦੀ ਹਰੇਕ ਪੱਖ ਤੋਂ ਰੱਖਿਆ ਕਰਦਾ। ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਹਿੰਦੇ ਉਹਨਾਂ ਦੇ ਦੁਖੀ ਤੇ ਦੁੱਖ ਦੇਣ ਵਾਲੇ ਝਟਪਟ ਦੇ ਅੰਦਰ ਹੀ ਨਾਸ ਹੋ ਜਾਂਦੇ ਆ। ਚਾਹੇ ਬਾਹਰ ਸੰਸਾਰ ਦੇ ਦੁਖੀ ਹੋਣ, ਜਾਂ ਫਿਰ ਜੋ ਸਾਰੇ ਸੰਸਾਰ ਦੇ ਵੱਡੇ ਪੰਜ ਦੂਤ ਵੈਰੀ ਨੇ ਤੇ ਉਹ ਹੋਣ। ਕਿਰਪਾ ਦ੍ਰਿਸ਼ ਤਨ ਜਾਹੇ ਨਾ ਹਰਹੋ, ਤਾਕੇ ਤਾਪ
ਤਨਕ ਮੈਂ ਹਰ ਹੋ। ਪਾਤਸ਼ਾਹ ਇੱਥੇ ਸਮਝਾ ਰਹੇ ਆ ਕਿ ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਵੱਲ ਤੁਸੀਂ ਮਿਹਰ ਦੀ ਨਜ਼ਰ ਕਰਦੇ ਹੋ, ਕਿਉਂਕਿ ਇੱਕ ਨਜ਼ਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੈ, ਉਹ ਸਾਡੇ ਅੱਛੇ ਕਰਮਾਂ ਦੇ ਨਾਲ, ਪਰਮਾਤਮਾ ਦੀ ਸੇਵਾ ਸਿਮਰਨ ਦੇ ਨਾਲ ਸਾਡੇ ਤੇ ਹੁੰਦੀ, ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਨਾਨਕ ਨਜ਼ਰੀ ਨਜ਼ਰ ਨਿਹਾਲ। ਇੱਕ ਗੁਰਬਾਣੀ ਦੇ ਅੰਦਰ ਅਪੱਠੀ ਨਜ਼ਰ ਦਾ ਵੀ ਜ਼ਿਕਰ ਕੀਤਾ। ਜੇ ਕਿਸੇ ਕਾਰਨ ਅਸੀਂ ਇੰਨੇ ਭਾਰੀ ਪਾਪ ਕਰਮ ਕਰਦੇ ਹਾਂ ਤੇ ਜੇ ਕਿਤੇ ਮਾਲਕ ਦੀ ਅਪੱਠੀ ਹੋ ਜੇ ਨਜ਼ਰ, ਤਾਂ ਫਿਰ ਇਹ ਵੀ ਮਹਾਰਾਜ ਗੁਰਬਾਣੀ ਸਮਝਾਉਂਦੇ ਨੇ, ਨਜ਼ਰ ਅਪੱਠੀ ਜੇ ਕਰੈ ਸਲਤਾਨਾ ਘਾਹੋਂ ਕਰਾਏਂਦਾ। ਫਿਰ ਵੱਡੇ ਵੱਡੇ ਰਾਜਿਆਂ ਨੂੰ ਘਾਹ ਖੋਤਣ ਲਈ, ਘਾਹ ਖਾਣ ਲਈ ਵੀ ਮਜਬੂਰ ਕਰ ਦਿੰਦਾ। ਜਿਸ ਤਰ੍ਹਾਂ ਔਰੰਗਜ਼ੇਬ ਦੇ ਪਿਤਾ ਸ਼ਾਹਜਹਾਨ ਨੂੰ ਕੀਤਾ ਗਿਆ। ਔਰੰਗਜ਼ੇਬ ਨੇ ਤਰਕ, ਸ਼ਾਹਜਹਾਨ ਨੇ ਇੱਕ ਵਾਰੀ ਤਰਕ ਕਰਤੀ ਸੀ ਗੁਰਬਾਣੀ ਦੀ ਇਹ ਪੰਗਤੀ ਤੇ, ਕਿ ਰਾਜਿਆਂ ਨੂੰ ਨਹੀਂ ਘਾਹ ਖਾਣਾ ਪੈਂਦਾ ਜਾਂ ਖੋਤਣਾ ਪੈਂਦਾ। ਫਿਰ ਜਦੋਂ ਔਰੰਗਜ਼ੇਬ ਨੇ ਸ਼ਾਹਜਹਾਨ ਨੂੰ ਕਿਲੇ ਦੇ ਅੰਦਰ ਕੈਦ ਕਰਿਆ, ਇੱਕ ਦਿਨ ਬਹੁਤ ਉਹਦਾ ਨਿਰਬਲ ਹੋ ਗਿਆ ਸਰੀਰ, ਅੰਨ ਪਾਣੀ ਮਾੜਾ ਮਿਲਿਆ ਉੱਥੇ, ਤੇ ਉਹਨੂੰ ਇੱਕ ਗਲਾਸ ਪਾਣੀ ਦਾ ਮਿਲਦਾ, ਤੇ ਉਹ ਗਲਾਸ ਇੱਕ ਦਿਨ ਜਦੋਂ ਸਰੀਰ ਕਮਜ਼ੋਰ ਹੋ ਗਿਆ, ਉਹ ਪਾਣੀ ਪੀਣ ਲੱਗੇ ਤੋਂ ਹੱਥ ਕੰਬੇ ਤੇ ਡੁੱਲ ਗਿਆ। ਉਹਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਕਿ ਔਰੰਗਜ਼ੇਬ, ਮੈਂ ਤੇਰਾ ਪਿਤਾ ਸ਼ਾਹਜਹਾਨ ਇੱਕ ਬੇਨਤੀ ਕਰਦਾ ਕਿ ਮੇਰਾ ਇਹ ਪਾਣੀ ਦਾ ਗਲਾਸ ਡੁੱਲ ਗਿਆ, ਮੈਨੂੰ ਹੋਰ ਇੱਕ ਪਾਣੀ ਦਾ ਗਲਾਸ ਦਿੱਤਾ ਜਾਵੇ। ਔਰੰਗਜ਼ੇਬ ਨੇ ਜਵਾਬ ਕੀ ਦਿੱਤਾ? ਉਹ ਕਹਿੰਦਾ, ਐ ਪਿਤਾ ਸ਼੍ਰੀ, ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ, ਤੈਨੂੰ ਮੂਰਖ ਬੰਦੇ ਨੂੰ ਰਾਜਗੱਦੀ ਕਿਹਨੇ ਦਿੱਤੀ, ਜਿਹਨੂੰ ਏਡਾ ਵੀ ਗਿਆਨ ਨਹੀਂ ਕਿ ਤੇਰਾ ਪੁੱਤਰ ਤੈਨੂੰ ਕਿਲੇ 'ਚ ਕੈਦ ਕਰੇ ਤੇ ਤੇਰੇ ਮੂਹਰੇ ਈਦ ਵਾਲੇ ਦਿਨ ਆਪਦੇ ਭਰਾਵਾਂ ਦਾ, ਤੇਰੇ ਪੁੱਤਰਾਂ ਦਾ ਸੀਸ ਵੱਢ ਕੇ ਭੇਟਾ ਕਰੇ। ਕਿਉਂਕਿ ਏਡਾ ਜ਼ਾਲਮ ਬਾਦਸ਼ਾਹ ਸੀ, ਉਹਨੇ ਇੱਕ ਦਿਨ ਆਪਣੇ ਭਰਾ ਦਾ ਗਲ ਵੱਢ ਕੇ ਤੇ ਈਦ ਵਾਲੇ ਦਿਨ ਸ਼ਾਹਜਹਾਨ ਨੂੰ ਪੇਸ਼ ਕੀਤਾ, ਥਾਲੀ 'ਚ ਰੱਖ ਲਿਆ, ਉੱਪਰ ਕੱਪੜਾ ਦੇ ਲਿਆ ਤੇ ਸ਼ਾਹਜਹਾਨ ਨੂੰ ਕਹਿੰਦਾ ਜੀ ਅੱਜ ਈਦ ਦਾ ਆ ਤੋਹਫਾ ਲਓ। ਉਹ ਕਹਿੰਦਾ ਕੀ ਲੈ ਕੇ ਆਇਆ? ਕਹਿੰਦਾ ਕੱਪੜਾ ਚੁੱਕ ਕੇ ਦੇਖ। ਜਦੋਂ ਕੱਪੜਾ ਦੇਖਿਆ ਤਾਂ ਉਹਦੇ ਲੜਕੇ ਦਾ ਗਲ ਵੱਢਿਆ ਹੋਇਆ। ਤੋਬਾ ਤੋਬਾ ਕੀਤੀ ਸ਼ਾਹਜਹਾਨ ਨੇ, ਕਹਿੰਦਾ ਹੁਣ ਨਹੀਂ ਤੂੰ ਬਚੇਗਾ। ਤੇ ਜਦੋਂ ਔਰੰਗਜ਼ੇਬ ਨੇ ਜਵਾਬ ਦਿੱਤਾ ਕਿ ਤੇਰੇ ਵਰਗਾ ਪਾਗਲ ਬਾਦਸ਼ਾਹ ਕੌਣ ਆ ਜਿਹੜਾ ਮੈਥੋਂ ਪਾਣੀ ਦੀ ਆਸ ਰੱਖਦਾ, ਏਦੂ ਚੰਗਾ ਤਾਂ ਇਹ ਹੁੰਦਾ ਜਿਹੜੀ ਸ਼ਾਹੀ ਦੇ ਨਾਲ ਤੂੰ ਇਹ ਚਿੱਠੀ ਲਿਖੀ ਆ ਉਹ ਪੀ ਕੇ ਆਪਣੀ ਪਿਆਸ ਬੁਝਾ ਲੈਂਦਾ। ਫਿਰ ਪਿਆਸ ਦੇ ਮਾਰੇ ਹੋਏ ਸ਼ਾਹਜਹਾਨ ਨੇ ਉਹ ਜਿੱਥੇ ਕੈਦ ਕੀਤਾ ਸੀ ਉੱਥੋਂ ਘਾਹ ਦੀਆਂ ਤਿੜਾਂ ਖਾਧੀਆਂ ਤੇ ਕੰਨਾਂ ਦੇ ਅੰਦਰ ਫਿਰ ਗੁਰੂ ਨਾਨਕ ਦੇ ਘਰ ਦੀ ਬਾਣੀ ਗੂੰਜੀ, ਨਦਰ ਉਪੱਠੀ ਜੇ ਕਰੇ ਸਲਤਾਨਾ ਘਾਹੋ ਕਰਾਏਂਦਾ। ਇੱਥੇ ਹੁਣ ਪਾਤਸ਼ਾਹ ਸਮਝਾ ਰਹੇ ਆ, ਇੱਕ ਹੈ ਕਿਰਪਾ ਦੀ ਨਜ਼ਰ। ਜਿਹੜੇ ਇਨਸਾਨ ਨੇ ਮਾਲਕ ਦੀ ਕਿਰਪਾ ਦੀ ਨਜ਼ਰ ਦਾ ਪਾਤਰ ਬਣ ਗਿਆ, ਕਿਰਪਾ ਦ੍ਰਿਸ਼ਟ ਤਨ ਜਾਹੇ ਨਾ ਹਰਹੋ ਤਾਕੇ ਤਾਪ ਤਨਕ ਮਹਿ ਹਰਹੋ। ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਵੱਲ ਤੁਸੀਂ ਆਪਦੀ ਮਿਹਰ ਦੀ ਨਿਗਾਹ ਨਾਲ ਵੇਖਦੇ ਹੋ, ਉਹਨਾਂ ਦੇ ਆ ਸਾਰੇ ਦੁੱਖ ਤਾਪ, ਤਿੰਨੇ ਤਾਪ ਇੱਕ ਛਿਣ ਦੇ ਅੰਦਰ ਖਤਮ ਕਰ ਦਿੰਦੇ ਹੋ। ਕੱਲੇ ਪਾਪ ਹੀ ਨਹੀਂ ਖਤਮ ਕਰਦੇ, ਅੱਗੇ ਕੀ ਸਮਝਾ ਰਹੇ ਆ? ਕਹਿੰਦੇ ਰਿੱਧ ਸਿੱਧ ਘਰ ਮੋਹ ਸਭ ਹੋਈ, ਦੁੱਖ ਸਾਸ ਵੈ ਸਕੇ ਨਾ ਕੋਈ। ਉਹਨਾਂ ਦੇ ਘਰਾਂ ਦੇ ਅੰਦਰ ਆ ਜਿਹੜੇ ਸੰਸਾਰੀ ਪਦਾਰਥ ਨੇ, ਰਿੱਧੀਆਂ ਸਿੱਧੀਆਂ ਨੇ, ਉਹਨਾਂ ਦੇ ਵੀ ਤੂੰ ਗੱਫੇ ਭਰ ਭਰ ਕੇ ਦਿੰਦਾ। ਕਿਉਂਕਿ ਬੜੇ ਯਤਨ ਕਰਦੇ ਆ ਇਨਸਾਨ ਕਿ ਮੇਰੇ ਘਰ 'ਚ ਅੱਛੇ ਸਾਧਨ ਹੋਣ, ਚੰਗੇ ਮਕਾਨ ਹੋਣ, ਚੰਗੇ ਪਦਾਰਥ ਹੋਣ। ਇਹਨਾਂ ਦੀ ਪ੍ਰਾਪਤੀ ਵਾਸਤੇ ਕਈ ਯਤਨ ਵੀ ਕੀਤੇ ਜਾਂਦੇ, ਕਰਮ ਵੀ ਕੀਤਾ ਜਾਂਦਾ, ਕਈ ਧਰਮ ਦੇ ਰਸਤੇ ਚੱਲ ਕੇ ਵੀ ਇਹਨਾਂ ਦੀ ਪ੍ਰਾਪਤੀ ਦਾ ਯਤਨ ਕਰਦੇ। ਪਰ ਗੁਰਬਾਣੀ ਅੰਦਰ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੀ ਖਾਤਰ ਨਹੀਂ ਕਰਨ ਦੀ ਲੋੜ ਸਾਧਨ, ਤੁਸੀਂ ਸਿਰਫ ਪ੍ਰਮਾਤਮਾ ਦੀ ਯਾਦ ਆਪਣੇ ਮਨ 'ਚ ਵਸਾਓ।
ਇਹ ਚੀਜ਼ਾਂ ਤਾਂ ਤੁਹਾਡੇ ਪਿੱਛੇ ਪਿੱਛੇ ਦੌੜੀਆਂ ਫਿਰਨਗੀਆਂ। ਬ੍ਰਹਮ ਬਿੰਦੈ ਇਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਕਹਿੰਦੇ ਇਹ ਰਿੱਧੀਆਂ ਸਿੱਧੀਆਂ ਤੁਹਾਡੇ ਮਗਰ ਮਗਰ ਦੌੜੀਆਂ ਫਿਰਨਗੀਆਂ। ਤਾਂ ਪਾਤਸ਼ਾਹ ਸਮਝਾ ਰਹੇ ਆ, ਰਿੱਧ ਸਿੱਧ ਘਰਮੋ ਸਭ ਹੋਈ, ਦੁੱਖ ਸਾਸ ਵੈ ਛਕੇ ਨਾ ਕੋਈ। ਕੋਈ ਦੁਸ਼ਟ ਉਹਨਾਂ ਦੇ ਪਰਛਾਵੇਂ ਨੂੰ ਨਹੀਂ ਛੋਹ ਸਕਦਾ। ਜਿਹੜੇ ਮਾਲਕ ਦੀ ਕਿਰਪਾ ਵਾਲੇ ਜੀਵ ਆ, ਜੇ ਕੋਈ ਦੁਸ਼ਮਣ ਕੋਈ ਦੁਸ਼ਟ, ਮਹਾਰਾਜ ਕਹਿੰਦੇ ਉਹਨਾਂ ਨੂੰ ਤਾਂ ਕੀ, ਉਹਨਾਂ ਦੇ ਪਰਛਾਵੇਂ ਨੂੰ ਨਹੀਂ ਛੋਹ ਸਕਦਾ। ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਅਵਾਰਾ। ਪਾਤਸ਼ਾਹ ਸਮਝਾ ਰਹੇ ਆ ਕਿ ਹੇ ਪ੍ਰਭੂ, ਜਿਸ ਪੁਰਸ਼ ਨੇ ਆਪ ਨੂੰ ਇੱਕ ਵਾਰ ਪ੍ਰੇਮ ਦੇ ਨਾਲ ਯਾਦ ਕੀਤਾ, ਕਿਉਂਕਿ ਜਦੋਂ ਇਨਸਾਨ ਸਾਰੇ ਸਹਾਰੇ ਛੱਡ ਕੇ ਉਹ ਪ੍ਰਮਾਤਮਾ ਦਾ ਸਹਾਰਾ ਤੱਕਦਾ, ਫੇਰ ਮਾਲਕ ਨੂੰ ਉਹਦੀ ਰੱਖਿਆ ਕਰਨੀ ਪੈਂਦੀ। ਇੱਥੇ ਮਹਾਰਾਜ ਸਮਝਾ ਰਿਹਾ, ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਅਵਾਰਾ। ਜਿਸ ਪੁਰਖ ਨੇ ਆਪ ਨੂੰ ਇੱਕ ਵਾਰ ਵੀ ਹਿਰਦੇ ਚੋਂ ਯਾਦ ਕੀਤਾ, ਆਪ ਨੇ ਉਸ ਮਨੁੱਖ ਦੀ ਕਾਲ ਦੀ ਫਾਹੀ ਕੱਟਤੀ। ਇਹ ਆਪਾਂ ਖਿਆਲ ਰੱਖਣਾ, ਜੋ ਅੰਤਮ ਸਮਾਂ ਜੋ ਹਰੇਕ ਇਨਸਾਨ ਤੇ ਆਉਣਾ, ਜਦੋਂ ਕੋਈ ਸਾਡਾ ਦੂਰ ਦਾ ਸਾਥੀ ਨਾ ਨੇੜੇ ਦਾ ਸਹਾਇਤਾ ਕਰੇਗਾ, ਜੇ ਉਦੋਂ ਵੀ ਅਸੀਂ ਪ੍ਰਮਾਤਮਾ ਨੂੰ ਯਾਦ ਕਰ ਲਈਏ, ਸਾਡੀ ਇਹ ਫਾਹੀ ਕੱਟੀ ਜਾਂਦੀ ਹੈ, ਜਮਾਂ ਦੀ ਫਾਹੀ। ਜਿਨ੍ਹਾਂ ਨੂੰ ਰੋਜ਼ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਸੁਣ ਕੈ ਜਮ ਕੈ ਦੂਤ ਨਾਏ ਤੇਰੇ ਛੱਡ ਜਾਹੇ, ਅਜਾਮਲ ਕੋ ਅੰਤ ਕਾਲ ਨਾਰ ਐਮ ਸ਼ੁੱਧ ਆਈ। ਅਜਾਮਲ ਵਰਗੇ ਪਾਪੀਆਂ ਨੂੰ ਉਹਨਾਂ ਨੇ ਵੀ ਆਖਰੀ ਸਮੇਂ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਜਮਾਂ ਦੀ ਮਾਰ ਤੋਂ ਬਚੇ। ਕਾਲ ਫਾਸਤੇ ਤਾਹੇ ਉਬਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਪਾਤਸ਼ਾਹ ਸਮਝਾ ਰਹੇ ਆ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੇ ਇਨਸਾਨਾਂ ਨੇ ਆਪ ਦੇ ਨਾਮ ਨੂੰ ਜਪਿਆ, ਆਪ ਦੀ ਵਡਿਆਈ ਕੀਤੀ, ਉਹ ਸਾਰੇ ਦਰਿਦਰਾਂ ਤੋਂ ਤੇ ਦੁਸ਼ਟਾਂ ਤੋਂ ਦੁੱਖਾਂ ਤੋਂ ਉਹਨਾਂ ਦਾ ਤੂੰ ਬਚਾਓ ਕੀਤਾ। ਅਖੀਰਲੀ 25ਵੀਂ ਪੌੜੀ 'ਚ ਹੁਣ ਪਾਤਸ਼ਾਹ ਸਮਝਾ ਰਹੇ ਆ ਕਿ ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਇਹ ਆਪਾਂ ਵੀ ਕਰਨੀ ਹੁੰਦੀ। ਪਾਤਸ਼ਾਹ ਨੇ ਆਪਾਂ ਨੂੰ ਸਿਖਾਇਆ ਕਿ ਹੇ ਅਕਾਲ ਪੁਰਖ ਵਾਹਿਗੁਰੂ, ਇੱਥੇ ਖੜਗ ਧਾਰੀ ਦਾ, ਖੜਗ ਕੇਤ ਦਾ ਨਾਮ ਦਿੱਤਾ ਗਿਆ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ। ਮੈਂ ਆਪ ਦੀ ਸ਼ਰਨ 'ਚ ਆਇਆ ਹਾਂ, ਆਪ ਕਿਰਪਾ ਕਰਕੇ ਮੈਨੂੰ ਬਚਾਓ। ਬੜਾ ਤੇਰਾ ਮਾਇਆ ਦਾ ਬਰੀਕੀ ਦਾ ਜਾਲ ਆ, ਜਿਹੜਾ ਤੇਰੀ ਕਿਰਪਾ ਤੋਂ ਬਿਨਾਂ ਕੱਟਿਆ ਨਹੀਂ ਜਾ ਸਕਦਾ, ਕਿਉਂਕਿ ਐਸਾ ਮਾਇਆ ਦਾ ਜਾਲ ਪਾਇਆ ਹੋਇਆ, ਇੱਕ ਇੱਕ ਸਵਾਸ ਦੇ ਅੰਦਰ ਕਈ ਤਰ੍ਹਾਂ ਦੇ ਵਾਰ ਸਾਡੇ ਤੇ ਹੋ ਰਹੇ ਆ, ਕਿੰਨੇ ਤਰ੍ਹਾਂ ਦੇ ਵਿਚਾਰ ਬਣ ਰਹੇ ਆ। ਜੇ ਪ੍ਰਮਾਤਮਾ ਤੂੰ ਕਿਰਪਾ ਕਰੇ, ਇਹਨਾਂ ਤੋਂ ਸਾਨੂੰ ਬਚਾਓ। ਸਰਬ ਠੌਰ ਮੋਹ ਸਹਾਈ, ਸਾਰੀਆਂ ਥਾਵਾਂ ਤੇ ਸੱਚੇ ਪਾਤਸ਼ਾਹ ਮੇਰੇ ਸਹਾਈ ਹੋਵੋ। ਜਿੱਥੇ ਵੀ ਚਾਹੇ ਲੋਕ ਹੈ ਚਾਹੇ ਪ੍ਰਲੋਕ ਆ, ਜਿੱਥੇ ਵੀ ਹਾਂ ਤੇ ਉੱਥੇ ਸਾਡੀ ਰੱਖਿਆ ਕਰੋ। ਦੁਸ਼ਟ ਦੋਖ ਤੇ ਲਿਹੋ ਬਚਾਈ, ਸਾਨੂੰ ਆ ਦੁਸ਼ਟਾਂ ਤੋਂ ਦੁੱਖਾਂ ਤੋਂ ਦੁਖੀਆਂ ਤੋਂ ਬਚਾ ਲਵੋ। ਇੰਨੀ ਨਿਮਰਤਾ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਅੱਗੇ ਬੇਨਤੀ ਕਰ ਰਹੇ ਆ ਤੇ ਸਾਨੂੰ ਢੰਗ ਸਿਖਾ ਰਹੇ ਆ ਕਿ ਜੇ ਤੁਸੀਂ ਦੁਸ਼ਟਾਂ ਤੋਂ ਦੁੱਖਾਂ ਤੋਂ ਸੰਕਟ ਤੋਂ ਕਾਲ ਤੋਂ ਜਮਾਂ ਦੀ ਫਾਹੀ ਤੋਂ ਸਾਰੇ ਤਰ੍ਹਾਂ ਦੇ ਦੁੱਖਾਂ ਦੀ ਨਿਵਰਤੀ ਚਾਹੁੰਦੇ ਹੋ ਤਾਂ ਯਤਨ ਕਰੋ ਆਪਣੇ ਜੀਵਨ ਦੇ ਅੰਦਰ
ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨ ਦਾ, ਉਹਦੀ ਸ਼ਰਨ ਦੇ ਅੰਦਰ ਰਹਿਣ ਦਾ। ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਜਿਵੇਂ ਆਪਾਂ ਆਪਣੀ ਫਸਲ ਬਚਾਉਣ ਵਾਸਤੇ ਕੋਈ ਤਾਰ ਲਾ ਦਿੰਦੇ ਆ, ਪਹਿਲੇ ਸਮਿਆਂ 'ਚ ਵਾੜ ਕਰ ਦਿੰਦੇ, ਇਸੇ ਤਰ੍ਹਾਂ ਅਸੀਂ ਆਪਣੇ ਮਨ ਨੂੰ ਬਚਾਉਣ ਵਾਸਤੇ ਆਪਣੇ ਦੁਸ਼ਟਾਂ ਤੋਂ, ਦੁੱਖਾਂ ਤੋਂ, ਬੁਰੇ ਕਰਮਾਂ ਤੋਂ, ਵਿਕਾਰਾਂ ਤੋਂ ਜੋ ਸਾਡੇ ਮਨ ਦੇ ਅੰਦਰ ਪੈਦਾ ਹੋ ਰਹੇ ਆ, ਪਰਮਾਤਮਾ ਦੇ ਨਾਮ ਦੀ, ਰਾਮ ਦੀ ਕਾਰ ਸਾਨੂੰ ਕਰਨੀ ਪੈਣੀ ਆ। ਉਹ ਸਾਨੂੰ ਢੰਗ ਦੱਸਿਆ ਹੋਇਆ ਕਿ ਜਦੋਂ ਅਸੀਂ ਪਰਮਾਤਮਾ ਦੇ ਦਰ ਦੀ ਸੇਵਾ ਸਿਮਰਨ ਕਰਾਂਗੇ, ਮਾਲਕ ਸਾਡੇ ਤੇ ਦ੍ਰਿਸ਼ਟੀ ਕਰਨਗੇ, ਕਿਰਪਾ ਦੀ ਦ੍ਰਿਸ਼ਟੀ। ਤੇ ਜਿਹੜੇ ਜੀਵ ਦੇ ਉੱਪਰ ਮਾਲਕ ਨੇ ਆਪਣੀ ਦ੍ਰਿਸ਼ਟ ਕਰਤੀ, ਕਿਰਪਾ ਦ੍ਰਿਸ਼ਟ, ਤਨ ਜਾਹੇ ਨਾ ਹਰਹੋ, ਤਾਕੇ ਤਾਪ ਤਨਕ ਮੈਂ ਹਰਹੋ। ਰਿੱਧ ਸਿੱਧ ਘਰਮੋ ਸਭ ਹੋਈ, ਦੁੱਖ ਸਾਥ ਵੈ ਸਕੇ ਨਾ ਕੋਈ। ਅੱਗੇ ਪਾਤਸ਼ਾਹ ਸਮਝਾ ਰਹੇ ਹਨ ਸਵਈਆ, ਪਾਹੇ ਗਹਿ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਦੋਂ ਤੋਂ ਅਸੀਂ ਤੁਹਾਡੇ ਚਰਨ ਫੜੇ ਨੇ, ਉਦੋਂ ਬਾਅਦ ਮੈਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦਾ। ਇਹੀ ਗੁਰੂ ਨਾਨਕ ਦੇ ਘਰ ਨੇ ਸਾਨੂੰ ਸਿਖਾਇਆ ਕਿ ਇੱਕ ਨਿਰੰਕਾਰ ਪ੍ਰਮਾਤਮਾ ਹੈ ਜੋ ਸਦੀਵੀ ਹੈ। ਜੇ ਇਨਸਾਨ ਉਸ ਅਵਿਨਾਸ਼ੀ ਪੁਰਖ ਦੇ ਨਾਲ ਜੁੜਨਾ ਸਿੱਖ ਲੇ, ਉਹਦੇ ਅੱਗੇ ਬੇਨਤੀ ਜੋਦੜੀ ਕਰਨੀ ਸਿੱਖ ਲੇ, ਉਹਦੀ ਸੇਵਾ ਸਿਮਰਨ ਕਰਨੀ ਸਿੱਖ ਲੇ, ਤਾਂ ਉਹਨੂੰ ਫਿਰ ਕਿਸੇ ਅੱਗੇ ਝੋਲੀ ਅੱਡਣ ਦੀ ਲੋੜ ਨਹੀਂ ਹੈ, ਨਾ ਦਰ ਦਰ ਤੇ ਠੋਕਰਾਂ ਖਾਣ ਦੀ ਲੋੜ ਆ। ਪਾਤਸ਼ਾਹ ਸਮਝਾਉਂਦੇ ਨੇ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਕਿ ਅਸੀਂ ਇੱਕ ਨਿਰੰਕਾਰ ਦੇ ਉਪਾਸਕ ਬਣਨਾ ਹੁੰਦਾ, ਨਾ ਕਿ ਅਸੀਂ ਇੱਧਰ ਉੱਧਰ ਹੋਰ ਭੱਜੇ ਫਿਰਨਾ ਹੁੰਦਾ। ਉਹ ਤਾਂ ਸੰਭਵ ਹੋਵੇਗਾ ਜੇ ਅਸੀਂ ਪਰਮਾਤਮਾ ਦੇ ਚਰਨਾਂ 'ਚ ਡਿੱਗਣਾ ਸਿੱਖਾਂਗੇ, ਉਹਦੇ ਚਰਨਾਂ ਦੇ ਨਾਲ ਜੁੜਨਾ ਸਿੱਖਾਂਗੇ। ਉਹਦੇ ਚਰਨਾਂ ਨਾਲ ਜੁੜਨ ਦੇ ਨਾਲ ਸਾਡੇ ਮਨ ਨੂੰ ਸਾਡੇ ਮਨ ਦੀ ਖੁਰਾਕ ਮਿਲੂਗੀ, ਜਿਹਨੂੰ ਨਾਮ ਰਸ ਕਹਿੰਦੇ ਨੇ, ਅੰਮ੍ਰਿਤ ਰਸ ਕਹਿੰਦੇ ਨੇ, ਬ੍ਰਹਮ ਰਸ ਕਹਿੰਦੇ ਨੇ। ਜੋ ਉਹ ਖੁਰਾਕ ਸਾਡੇ ਮਨ ਨੂੰ ਮਿਲਣੀ ਸ਼ੁਰੂ ਹੋ ਗਈ ਤਾਂ ਸਾਡਾ ਮਨ ਤਕੜਾ ਹੋ ਜਾਂਦਾ, ਫਿਰ ਇਹ ਡੋਲਦਾ ਨਹੀਂ। ਜਿੰਨਾ ਚਿਰ ਇਹਨੂੰ ਇਹਦੀ ਖੁਰਾਕ ਨਹੀਂ ਮਿਲਦੀ, ਇਹ ਤਾਂ ਪੈਰ ਪੈਰ ਤੇ ਡੋਲਦਾ। ਪੈ ਮਾੜਾ ਜਿਹਾ ਕੋਈ ਔਖਾ ਸਮਾਂ ਆਇਆ, ਕਿਤੇ ਇੱਧਰ ਨੂੰ ਭੱਜ ਲੇ, ਕਿਤੇ ਉੱਧਰ ਨੂੰ ਭੱਜ ਲੇ। ਅੱਜ ਕੀ ਹਾਲਤ ਹੈ ਸੰਸਾਰ ਦੀ, ਕਿਵੇਂ ਦੌੜ ਭੱਜ ਹੋ ਰਹੀ ਆ, ਕਾਹਦਾ ਇੱਛਾ ਕੀ ਆ ਕਿ ਦੁੱਖ ਨਾ ਆਉਣ। ਪਰ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਆ, ਜੇ ਭਾਈ ਦੁੱਖਾਂ ਤੋਂ ਕਿਨਾਰਾ ਕਰਨਾ ਚਾਹੁੰਦਾ, ਮਾਲਕ ਦੀ ਕਿਰਪਾ ਦ੍ਰਿਸ਼ਟ ਦੀ ਤੈਨੂੰ ਲੋੜ ਹੈ। ਉਹ ਸੁੱਖਾਂ ਦੇ ਦਾਤੇ ਨਾਲ ਪਿਆਰ ਪਾਉਣ ਦੀ ਲੋੜ ਆ, ਉਹਦਾ ਸੇਵਾ ਸਿਮਰਨ ਕਰਨ ਦੀ ਲੋੜ ਆ। ਤੇ ਐਵੇਂ ਜਿੰਨੀ ਮਰਜ਼ੀ ਭੱਜ ਨੱਠ ਕਰੀ ਚੱਲ, ਇਹ ਤਾਂ ਇੱਕ ਪਾਣੀ ਰੜਕਣ ਵਾਲੀ ਗੱਲ ਹੈ। ਪੋਖਰ ਨੀਰ ਪਖਾਲੀ ਹੈ ਤੇ ਮਾਖਣ ਨਹੀਂ ਰੀਸੈ, ਤੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੈ। ਇੱਥੇ ਪਾਤਸ਼ਾਹ ਸਮਝਾ ਰਹੇ ਆ, ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਏਕ ਨਾ ਮਾਨਿਓ। ਕਿ ਭਾਵੇਂ ਪੁਰਾਨਾਂ ਦੇ ਅੰਦਰ, ਕੁਰਾਨਾਂ ਦੇ ਅੰਦਰ ਬੜੇ ਮਤ ਦਿੱਤੇ ਗਏ ਆ, ਬੜੇ ਭੇਦ ਦਿੱਤੇ ਗਏ ਆ, ਪਰ ਇਹ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਤੋਂ ਸਿਵਾਏ ਕਿਸੇ ਨੂੰ ਹੋਰ ਮੰਨਦਾ ਨਹੀਂ। ਸਿਮਰਤ ਸ਼ਾਸਤਰ ਵੇਦ ਸਭੇ ਬਹੁ, ਭੇਦ ਕਹੇ ਹਮ ਏਕ ਨਾ ਜਾਣਿਓ। ਵੇਦਾਂ ਦੇ ਅੰਦਰ 27 ਸਿਮਰਤੀਆਂ ਨੇ, 6 ਸ਼ਾਸਤਰ ਨੇ। ਇਹਨਾਂ ਦੇ ਅੰਦਰ ਬੜੇ ਕਰਮ ਕਾਂਡਾਂ ਦਾ ਵੇਰਵਾ ਦਿੱਤਾ ਗਿਆ, ਪਰ ਇਹ ਅਕਾਲ ਪੁਰਖ ਵਾਹਿਗੁਰੂ ਮੈਂ ਇਹਨਾਂ ਦੀ ਨਿੰਦਿਆ ਵੀ ਨਹੀਂ ਕਰਦਾ। ਕਿਉਂਕਿ ਗੁਰਬਾਣੀ ਅੰਦਰ ਪਾਤਸ਼ਾਹ ਨੇ ਸਮਝਾਇਆ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਪਰ ਮੈਂ ਇਹਨਾਂ ਦੇ ਅੰਦਰ ਜੋ ਕਰਮ ਕਾਂਡ ਜਾਂ ਹੋਰ ਕਿਸੇ ਦੀ ਉਪਾਸਨਾ ਦਾ ਵਰਣਨ ਕੀਤਾ ਗਿਆ,
मैं नहीं जानदा, मैनू तो इन्ना पता लग गया कि एक निरंकार परमात्मा है जो अविनाशी है, बाकी सारे ओदे हुक्म दे अंदर चल रहे आ, काल दे दायरे दे अंदर ने। ए काल पुरख वाहिगुरु मैं तेथों सवाए किसी नू होर जानदा नहीं ते ना मैं किसी नू होर मनदा। श्री असपान किरपा तुमरी कर, मैं ना कहो सब तोहे बखानियो। अखीर पातशाह ने इत्थे तक वर्णन करता कि सब कुछ जो मैं चौपई साहब की बाणी उच्चारण की, तेरी सिफत सलाह की है, कि मैं आप जी किसी ताकत नाल नहीं कर सकिया, मैं आप जी किसी सियाणप दे नाल नहीं कर सकिया। मैं ना कहो सब तोहे बखानियो। आप जी ने कृपा करके मेरी रचना दे राही आप दी वडियाई आप ही करवाई है, क्योंकि जो भी आपां धर्म दे रास्ते परमात्मा की कोई बाणी पढ़दा, कोई सिमरन करदा, कोई सेवा करदा, जो भी करदा परमात्मा दे प्यार च, जे तां साडे मन च ये निमरता कि वह मालिक करवा रहा, तां साडे ते बहुत जल्दी वाहिगुरू जी कृपा हुंदी है। जे साडे मन दे अंदर हंकार पैदा हो गया कि मैं कर रहा, मेरा कीता हो रहा, तां साडा सारा कुछ कीता होया सफल नहीं हुंदा, निष्फल चलिया जांदा। क्योंकि रौला बस मैं ते तूं दा ही है। जिन्ना चਿਰ साडे अंदर मैं दी आवाज आ, उन्ना चਿਰ परमात्मा दी कृपा दा पात्र नहीं इंसान बन सकदा। जदों तू दी आवाज आनी शुरू होगी, तू करता तू भया मुझ में रहा ना हूं, जब आपा परका मिट गया जत देखा तत तू। पातशाह इत्थे समझा रहा है काल पुरख वाहिगुरु, जो भी आ वचन मेथों आपदे मुखों कढ़वाए ये भी तेरी कृपा ही है। ये तां गुरु नानक साहब पातशाह ने भी आपां नूं गुरबाणी अंदर समझाया कि जैसी मैं आवे खसम की बाणी तैसड़ा करी ज्ञान दे लालो। कि असी नहीं कुछ बोल रहे, जेहो जी मालिक सानू खसम साडा पति ज्ञान दे रहा, वो अगे असी बोल रहे हैं। इस तरह कलगीधर पातशाह भी समझा रहे हैं, श्री असपान कृपा तुमरी कर, मैं ना कहो सब तोहे बखानियो। कि हे अकाल पुरख वाहिगुरु, खड़ग धारण करन वाले अकाल पुरख वाहिगुरु, ये सब आप दी कृपा दे नाल ही कुछ कह सकिया हां। मेरे अपने जोर नाल आप दी सिफत सुना लई कीती, ये सारा कुछ तुहाडी कृपा नाल होया। दोहरा अगे फिर समझा रहे हैं, कहंदे सगल द्वार को छाड़ के गहव तुहारो द्वार, बहें गहे की लाज अस गोबिंद दास तुहार। कि हे प्रभु, मैं होर सब द्वारियां नूं छड्ड के केवल आप जी दा द्वारा फड़िया, आपने ही मेरी बांह फड़ी है, मेरी लाज रखी है। मैं गोबिंद आप दा दास हां। ते आपां नूं भी पातशाह ने यही समझाया कि सगल द्वार को छाड़ के गहो तुहारो द्वार, बाहें गहे की लाज अस गोबिंद दास तुहार। आपां भी बेनती जोदड़ी करनी हुंदी है, सारे द्वारे छड्ड के एक अकाल पुरख वाहिगुरू दे द्वारे ते जाना सिखीए। जे ओने साडी बांह फड़ ली, किरपा दृष्ट साडे ते करती, तां साडा जीवन सुखी भी होवेगा ते उस अकाल पुरख वाहिगुरू दी किरपा दे पात्र जदों बन गए, नानक नदरी नदर निहाल, लख खुशियां पातशाहियां जे सतगुर नदर करे, निमख एक हर नाम दे, मेरा मन तन शीतल होए। इत्थे तक चौपई साहब दी बाणी दी विचार सवैये दोहरे दी। कल नूं हुण संगरांद दा, ओहदी आपां कर लांगे विचार। ते परसों तो फिर राम कली जो आपां आनंद साहब दा पाठ आ 40 पौड़ियां, इहदी हौली हौली वाहिगुरू दी किरपा दे नाल यतन करांगे तां कि समझ आ सके की पातशाह सानू गुरबाणी अंदर
ਗਿਆਨ ਬਖਸ਼ਿਸ਼ ਕਰ ਰਹੇ ਆ। ਆਓ ਫਿਰ ਹੁਣ ਥੋੜਾ ਸਮਾਂ ਆਪਾਂ ਗੁਰੂ ਮੰਤਰ ਦਾ ਅਭਿਆਸ ਕਰ ਲਈਏ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ